ਮੈਂ 16 ਸਾਲ ਦਾ ਹੋਇਆ ਤਾਂ ਇੱਕ ਰਾਤ ਮੇਰੀ ਮਾਂ ਨੇ ਉੱਠ ਕੇ ਮੈਨੂੰ ਬਹੁਤ ਮਾਰਿਆ ਤੇ ਕਿਹਾ ਕਿ ਤੈਨੂੰ ਸ਼ਰਮ ਨਹੀਂ ਆਉਂਦੀ, ਅੱਜ ਤੋਂ ਤੂੰ ਮੇਰੇ ਨਾਲ ਨਹੀਂ ਸੌਵੇਂਗਾ। ਪਾਪਾ ਦੀ ਮੌਤ ਤੋਂ ਬਾਅਦ ਮੈਂ ਮਾਂ ਦੇ ਨਾਲ ਸੌਂਦਾ ਸੀ। ਹੁਣ ਮੈਂ ਦੂਜੇ ਕਮਰੇ ਵਿੱਚ ਸੌਂਦਾ ਸੀ। ਇੱਕ ਰਾਤ ਮੈਨੂੰ ਮਾਂ ਦੀ ਯਾਦ ਆਈ ਤਾਂ ਮੈਂ ਉੱਠ ਕੇ ਮਾਂ ਦੇ ਮੰਜੇ 'ਤੇ ਲੇਟ ਗਿਆ, ਪਰ ਮੇਰੀ ਰੂਹ ਕੰਬ ਗਈ ਜਦ ਮੇਰੀ ਮਾਂ ਨੇ ਦੱਸਿਆ ਕਿ ਤੂੰ ਮੇਰੇ ਨਾਲ। ਮੇਰਾ ਨਾਮ ਅਰੁਣ ਹੈ। ਮੈਂ 4 ਸਾਲ ਦਾ ਸੀ ਜਦੋਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ। ਮੇਰੀ ਮਾਂ ਨੇ ਹੀ ਮੈਨੂੰ ਮਾਂ ਤੇ ਬਾਪ ਬਣ ਕੇ ਪਾਲਿਆ ਸੀ। ਸਾਡਾ ਛੋਟਾ ਜਿਹਾ ਘਰ ਸੀ, ਇਸ ਵਿੱਚ ਸਿਰਫ 2 ਹੀ ਕਮਰੇ ਸਨ। ਰਾਤ ਨੂੰ ਮੈਂ ਆਪਣੀ ਮਾਂ ਦੇ ਨਾਲ ਹੀ ਸੌਂਦਾ ਸੀ। ਵਕਤ ਗੁਜ਼ਰਦਾ ਗਿਆ। ਮੈਂ ਹੁਣ 13 ਸਾਲ ਦਾ ਹੋ ਗਿਆ ਸੀ। ਜੇ ਮੈਂ ਗਲੀ ਵਿੱਚ ਨਿਕਲਦਾ ਤਾਂ ਸਾਰੇ ਮੁਹੱਲੇ ਵਾਲੇ ਮੈਨੂੰ ਮੇਰੀ ਮਾਂ ਦੇ ਬਾਰੇ ਪੁੱਛਦੇ ਕਿ ਤੇਰੀ ਮਾਂ ਕਿਹੋ ਜਿਹੀ ਔਰਤ ਹੈ। ਮੈਂ ਹੈਰਾਨ ਹੁੰਦਾ ਕਿ ਸਾਰੇ ਮੁਹੱਲੇ ਵਾਲਿਆਂ ਨੂੰ ਮੇਰੀ ਮਾਂ ਦੀ ਹੀ ਇੰਨੀ ਫਿਕਰ ਕਿਉਂ ਲੱਗੀ ਰਹਿੰਦੀ ਹੈ। ਜਦ ਮੈਂ ਆਪਣੀ ਮਾਂ ਦੇ ਨਾਲ ਬਾਹਰ ਨਿਕਲਦਾ ਤਾਂ ਸਾਰੇ ਲੋਕ ਮੇਰੀ ਮਾਂ ਨੂੰ ਬਹੁਤ ਹੀ ਅਜੀਬ ਨਜ਼ਰਾਂ ਨਾਲ ਦੇਖਦੇ ਸਨ। ਇੱਕ ਰਾਤ ਮੈਂ ਸੋਇਆ ਹੋਇਆ ਸੀ ਕਿ ਸਾਡੇ ਕਮਰੇ ਦੀ ਖਿੜਕੀ, ਜਿਹੜੀ ਕਿ ਗਲੀ ਦੇ ਨਾਲ ਲੱਗਦੀ ਸੀ, ਕਿਸੇ ਨੇ ਪੱਥਰ ਮਾਰ ਕੇ ਉਸ ਦਾ ਸ਼ੀਸ਼ਾ ਤੋੜ ਦਿੱਤਾ। ਮੇਰੀ ਮਾਂ ਤੇ ਮੈਂ ਦੋਨੋਂ ਡਰ ਕੇ ਅਸੀਂ ਉੱਠ ਕੇ ਬੈਠ ਗਏ। ਅਚਾਨਕ ਮਾਂ ਨੂੰ ਪਤਾ ਨਹੀਂ ਕਿਸ ਗੱਲ ਤੇ ਗੁੱਸਾ ਆ ਗਿਆ ਤੇ ਉਹ ਕਹਿਣ ਲੱਗੀ ਕਿ ਕੱਲ ਤੋਂ ਤੂੰ ਮੇਰੇ ਨਾਲ ਨਹੀਂ ਸੌਵੇਂਗਾ, ਸਗੋਂ ਦੂਜੇ ਕਮਰੇ ਵਿੱਚ ਸੋਇਆ ਕਰੀ। ਮੈਂ ਮਾਂ ਦੀ ਗੱਲ ਤੋਂ ਹੈਰਾਨ ਸੀ ਕਿ ਖਿੜਕੀ ਦਾ ਸ਼ੀਸ਼ਾ ਪਤਾ ਨਹੀਂ ਕਿਸ ਨੇ ਤੋੜਿਆ ਹੈ ਤੇ ਮਾਂ ਗੁੱਸਾ ਮੇਰੇ ਤੇ ਕੱਢ ਰਹੀ ਹੈ। ਖੈਰ, ਮੈਂ ਮਾਂ ਦੀ ਗੱਲ ਮੰਨ ਲਈ ਤੇ ਦੂਜੇ ਕਮਰੇ ਵਿੱਚ ਸੌਣ ਲੱਗਿਆ। ਅਜੇ ਇਸ ਗੱਲ ਨੂੰ 2 ਦਿਨ ਹੀ ਹੋਏ ਸਨ ਕਿ ਮੇਰੀ ਮਾਂ ਮੇਰੇ ਕੋਲ ਆਈ ਤੇ ਕਹਿਣ ਲੱਗੀ ਕਿ ਚਲੋ ਬੇਟਾ, ਆਪਾਂ ਅੱਜ ਹੀ ਇਹ ਘਰ ਛੱਡ ਕੇ ਦੂਜੇ ਸ਼ਹਿਰ ਜਾਣਾ ਹੈ। ਹੁਣ ਸਾਡਾ ਇੱਥੇ ਰਹਿਣਾ ਬੜਾ ਮੁਸ਼ਕਿਲ ਹੋ ਗਿਆ ਹੈ। ਮੇਰੀ ਮਾਂ ਹੀ ਮੇਰੇ ਮਾਂ ਤੇ ਬਾਪ ਦੋਨੋਂ ਸਨ, ਇਸ ਲਈ ਮੇਰੇ ਕੋਲ ਮੇਰੀ ਮਾਂ ਦੀ ਗੱਲ ਮੰਨਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ। ਮੈਂ ਵੀ ਖੁਸ਼ ਹੋ ਗਿਆ ਕਿ ਅਸੀਂ ਨਵੇਂ ਘਰ ਵਿੱਚ ਜਾਵਾਂਗੇ। ਫਿਰ ਅਸੀਂ ਦੂਜੇ ਦਿਨ ਹੀ ਤਿਆਰ ਹੋ ਕੇ ਘਰ ਤੋਂ ਨਿਕਲੇ। ਮੇਰੀ ਮਾਂ ਨੇ ਮੇਰਾ ਹੱਥ ਫੜਿਆ ਹੋਇਆ ਸੀ। ਮਾਂ ਕਿਸੇ ਮਰਦ ਦੀ ਤਰ੍ਹਾਂ ਚੱਲ ਰਹੀ ਸੀ। ਮਾਂ ਦੇ ਕੋਲ ਇੱਕ ਵੱਡਾ ਜਿਹਾ ਬੈਗ ਸੀ ਜਿਸ ਵਿੱਚ ਉਸਨੇ ਆਪਣੇ ਜੇਵਰਾਤ ਤੇ ਪੈਸੇ ਵਗੈਰਾ ਰੱਖੇ ਹੋਏ ਸਨ। ਦੂਰ ਇੱਕ ਗੱਡੀ ਖੜੀ ਸੀ ਜਿਹੜੀ ਕਿ ਸ਼ਾਇਦ ਸਾਡੇ ਹੀ ਇੰਤਜ਼ਾਰ ਵਿੱਚ ਸੀ। ਮੈਂ ਦੇਖਿਆ ਕਿ ਗੱਡੀ ਵਾਲੇ ਨੇ ਸਾਨੂੰ ਕੋਈ ਸਵਾਲ ਕੀਤੇ ਬਿਨਾਂ ਹੀ ਸਾਡੇ ਬੈਠਦੇ ਹੀ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ। ਇਸ ਦਾ ਮਤਲਬ ਤਾਂ ਇਹੀ ਸੀ ਕਿ ਉਹ ਮਾਂ ਨੂੰ ਜਾਣਦਾ ਸੀ। ਗੱਡੀ ਸ਼ਹਿਰ ਵੱਲ ਨੂੰ ਰਵਾਨਾ ਹੋ ਗਈ ਸੀ। ਅਸੀਂ ਰਾਤ ਨੂੰ ਹੀ ਦੂਜੇ ਘਰ ਵਿੱਚ ਸ਼ਿਫਟ ਹੋ ਗਏ ਸੀ। ਇਹ ਘਰ ਸ਼ਹਿਰ ਵਿੱਚ ਹੀ ਸੀ ਤੇ ਉਹ ਆਦਮੀ ਸਾਨੂੰ ਇਸ ਘਰ ਵਿੱਚ ਛੱਡ ਕੇ ਚਲਾ ਗਿਆ ਸੀ। ਪਰ ਮਾਂ ਦਾ ਇਸ ਆਦਮੀ ਦੇ ਨਾਲ ਕੀ ਰਿਸ਼ਤਾ ਸੀ, ਕੁਝ ਅਜੀਬ ਜਿਹਾ ਲੱਗ ਰਿਹਾ ਸੀ। ਆਖਿਰਕਾਰ ਉਹ ਸਾਨੂੰ ਜਿਸ ਘਰ ਵਿੱਚ ਛੱਡ ਕੇ ਗਿਆ ਸੀ ਉਹ ਬਹੁਤ ਵੱਡਾ ਘਰ ਸੀ। ਮਾਂ ਨੇ ਮੈਨੂੰ ਕਿਹਾ ਕਿ ਹੁਣ ਇੱਥੇ ਸਾਨੂੰ ਕੋਈ ਖਤਰਾ ਨਹੀਂ ਹੈ। ਮਾਂ ਮੇਰੇ ਵੱਲ ਦੇਖ ਰਹੀ ਸੀ ਤੇ ਮੈਂ ਚਾਰਪਾਈ 'ਤੇ ਬੈਠਿਆ ਮਾਂ ਨੂੰ ਦੇਖੀ ਜਾ ਰਿਹਾ ਸੀ। ਮਾਂ, ਇਹ ਸਭ ਕੀ ਹੈ? ਮੈਂ ਰੋਂਦੇ ਹੋਏ ਮਾਂ ਨੂੰ ਪੁੱਛਿਆ। ਮੇਰੇ ਸਾਰੇ ਦੋਸਤ ਪਿੰਡ ਵਿੱਚ ਹੀ ਰਹਿ ਗਏ ਹਨ ਬੇਟਾ। ਤੇਰੀ ਉਮਰ ਅਜਿਹੀ ਸੀ ਕਿ ਅਸੀਂ ਉੱਥੇ ਨਹੀਂ ਰਹਿ ਸਕਦੇ ਸੀ, ਨਹੀਂ ਤਾਂ ਲੋਕ ਤੈਨੂੰ ਮੇਰੇ ਖਿਲਾਫ ਕਰ ਦਿੰਦੇ। ਮਾਂ ਦੀ ਗੱਲ ਸੁਣ ਕੇ ਮੈਨੂੰ ਯਾਦ ਆਇਆ ਕਿ ਪਿਛਲੇ ਦਿਨਾਂ ਵਿੱਚ ਗਲੀ ਵਿੱਚ ਖੜੇ ਇੱਕ ਲੜਕੇ ਨੇ ਮੈਨੂੰ ਮੇਰੀ ਮਾਂ ਦੇ ਬਾਰੇ ਬਹੁਤ ਗਲਤ ਗੱਲਾਂ ਕਹੀਆਂ ਸਨ। ਘਰ ਆ ਕੇ ਮੈਂ ਆਪਣੀ ਮਾਂ ਨੂੰ ਸਭ ਕੁਝ ਦੱਸਿਆ, ਜਿਸ ਨੂੰ ਸੁਣ ਕੇ ਮੇਰੀ ਮਾਂ ਸੋਚਾਂ ਵਿੱਚ ਪੈ ਗਈ ਸੀ ਤੇ ਅੱਜ ਇਹ ਸਭ ਹੋ ਗਿਆ ਸੀ। ਮਾਂ ਨੇ ਮੈਨੂੰ ਕਿਹਾ ਸੀ ਕਿ ਉੱਥੇ ਸਾਰੇ ਤੇਰੀ ਮਾਂ ਦੇ ਬਾਰੇ ਗੱਲਾਂ ਕਰਦੇ ਸਨ। ਕੀ ਇਹ ਗੱਲ ਤੈਨੂੰ ਸਹਿਣ ਹੋਵੇਗੀ ਕਿ ਕੋਈ ਤੇਰੀ ਮਾਂ ਦੇ ਬਾਰੇ ਅਜੀਬ-ਅਜੀਬ ਗੱਲਾਂ ਕਰੇ? ਮੈਂ ਕਿਹਾ, ਨਹੀਂ ਮਾਂ, ਅਜਿਹਾ ਤਾਂ ਬਿਲਕੁਲ ਵੀ ਨਹੀਂ ਹੈ। ਮਾਂ ਕਹਿਣ ਲੱਗੀ ਕਿ ਮੈਂ ਇੱਥੇ ਤੇਰੀ ਜ਼ਿੰਦਗੀ ਬਹੁਤ ਖੂਬਸੂਰਤ ਬਣਾ ਦੇਵਾਂਗੀ, ਪਰ ਤੈਨੂੰ ਮਿਹਨਤ ਕਰਨੀ ਹੋਵੇਗੀ ਤੇ ਸਕੂਲ ਵਿੱਚ ਵੀ ਪੜ੍ਹਨਾ ਹੋਵੇਗਾ। ਅਗਲੇ ਹੀ ਦਿਨ ਮੇਰੀ ਮਾਂ ਨੇ ਇੱਕ ਸਕੂਲ ਵਿੱਚ ਮੇਰਾ ਐਡਮਿਸ਼ਨ ਕਰਵਾ ਦਿੱਤਾ। ਮੈਂ ਦਿਨ ਰਾਤ ਪੜ੍ਹਦਾ ਰਹਿੰਦਾ, ਮੈਨੂੰ ਕਿਸੇ ਚੀਜ਼ ਦੀ ਹੋਸ਼ ਨਾ ਰਹੀ। ਪਰ ਮਾਂ ਘਰ ਵਿੱਚ ਪੈਸੇ ਕਿੱਥੋਂ ਲੈ ਕੇ ਆਉਂਦੀ ਸੀ ਇਹ ਤਾਂ ਮੈਨੂੰ ਵੀ ਪਤਾ ਨਹੀਂ ਸੀ। ਮਾਂ ਦੀਆਂ ਕੁਝ ਅਜੀਬੋ-ਗਰੀਬ ਗੱਲਾਂ ਜੋ ਮੈਨੂੰ ਸੋਚਣ 'ਤੇ ਮਜਬੂਰ ਕਰਦੀਆਂ ਸਨ। ਮੈਨੂੰ ਉਹਨਾਂ ਸਵਾਲਾਂ ਦਾ ਜਵਾਬ ਨਹੀਂ ਮਿਲਦਾ ਸੀ। ਮਾਂ ਹੁਣ ਮੈਨੂੰ ਆਪਣੇ ਕਮਰੇ ਵਿੱਚ ਸੌਣ ਨਹੀਂ ਦਿੰਦੀ ਸੀ। ਇੱਕ ਵਾਰ ਦਿਨ ਦੇ ਵਕਤ ਮੈਨੂੰ ਆਪਣੇ ਕਮਰੇ ਵਿੱਚ ਘੁਟਨ ਜਿਹੀ ਮਹਿਸੂਸ ਹੋਈ। ਮੈਂ ਬਾਹਰ ਆਇਆ ਤਾਂ ਮਾਂ ਸਬਜ਼ੀ ਕੱਟ ਰਹੀ ਸੀ। ਮੈਂ ਕਿਹਾ, ਮਾਂ, ਮੈਂ ਛੱਤ 'ਤੇ ਜਾਣਾ ਹੈ। ਪਰ ਮਾਂ ਨੇ ਮੈਨੂੰ ਛੱਤ 'ਤੇ ਨਾ ਜਾਣ ਦਿੱਤਾ। ਉਹ ਕਹਿਣ ਲੱਗੀ ਕਿ ਹੁਣ ਤੂੰ ਵੱਡਾ ਹੋ ਗਿਆ ਏਂ ਤੇ ਆਸ-ਪਾਸ ਦੇ ਘਰਾਂ ਵਿੱਚ ਪਰਦੇ ਦਾ ਮਾਮਲਾ ਹੈ। ਇਸ ਤੋਂ ਪਹਿਲਾਂ ਕਿ ਕੋਈ ਤੇਰੀ ਸ਼ਿਕਾਇਤ ਕਰੇ ਤੂੰ ਛੱਤ 'ਤੇ ਨਾ ਜਾ। ਮੈਨੂੰ ਮਾਂ 'ਤੇ ਗੁੱਸਾ ਆ ਰਿਹਾ ਸੀ। ਮੇਰੀ ਮਾਂ ਮੇਰੇ 'ਤੇ ਇੰਨੀਆਂ ਸਖਤੀਆਂ ਕਿਉਂ ਕਰ ਰਹੀ ਸੀ? ਜਦ ਮੈਂ ਛੱਤ 'ਤੇ ਜਾਣ ਦੀ ਜਿੱਦ ਕੀਤੀ ਤਾਂ ਮਾਂ ਕਹਿਣ ਲੱਗੀ ਕਿ ਬੇਟਾ, ਤੂੰ ਅਜੇ ਨਹੀਂ ਜਾ ਸਕਦਾ। ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ। ਮੈਂ ਆਪਣੀ ਮਾਂ ਦੀ ਗੱਲ ਤੋਂ ਨਾਰਾਜ਼ ਹੋ ਕੇ ਵਾਪਸ ਆਪਣੇ ਕਮਰੇ ਵਿੱਚ ਆ ਗਿਆ।
ਪਰ ਅੱਜ ਮੈਨੂੰ ਬਹੁਤ ਬੇਚੈਨੀ ਹੋ ਰਹੀ ਸੀ। ਮੈਂ ਜਾਣਨਾ ਚਾਹੁੰਦਾ ਸੀ ਕਿ ਮਾਂ ਮੈਨੂੰ ਇਸ ਤਰ੍ਹਾਂ ਮਨਾ ਕਿਉਂ ਕਰਦੀ ਹੈ, ਤੇ ਅੱਜ ਸੱਚਮੁੱਚ ਹੀ ਮੇਰਾ ਦਿਲ ਘਬਰਾ ਰਿਹਾ ਸੀ। ਥੋੜ੍ਹੀ ਦੇਰ ਬਾਅਦ ਮੈਂ ਉੱਠ ਕੇ ਆਪਣੀ ਮਾਂ ਦੇ ਕਮਰੇ ਵਿੱਚ ਗਿਆ। ਉੱਥੇ ਮੈਂ ਦੂਜੀ ਚਾਰਪਾਈ ਦੇਖੀ ਤਾਂ ਮੈਂ ਉੱਥੇ ਹੀ ਬੈਠ ਗਿਆ। ਮੈਂ ਕਿਹਾ, ਮਾਂ, ਮੇਰਾ ਦਮ ਘੁੱਟ ਰਿਹਾ ਹੈ, ਮੈਂ ਇੱਥੇ ਹੀ ਸੌਣਾ ਚਾਹੁੰਦਾ ਹਾਂ। ਮੇਰੀ ਨਜ਼ਰ ਫਿਰ ਉਸ ਚਾਰਪਾਈ 'ਤੇ ਪਈ। ਮੈਂ ਜਦ ਗੌਰ ਨਾਲ ਦੇਖਿਆ ਤਾਂ ਕਿਹਾ ਕਿ ਮਾਂ, ਇਹ ਚਾਰਪਾਈ ਤੁਸੀਂ ਕਿਸ ਲਈ ਰੱਖੀ ਹੈ? ਇੱਥੇ ਤਾਂ ਬਕਾਇਦਾ ਬਿਸਤਰ ਵੀ ਰੱਖਿਆ ਹੈ ਤੇ ਸਿਰਹਾਣਾ ਵੀ ਰੱਖਿਆ ਹੈ। ਮਾਂ ਮੇਰੀ ਗੱਲ ਸੁਣ ਕੇ ਘਬਰਾ ਗਈ ਤੇ ਕਹਿਣ ਲੱਗੀ ਕਿ ਇਹ ਤਾਂ ਮੈਂ ਵੈਸੇ ਹੀ ਰੱਖਿਆ ਹੈ। ਪਰ ਕਿਉਂ ਮਾਂ, ਇਸ ਚਾਰਪਾਈ 'ਤੇ ਕੌਣ ਸੌਂਦਾ ਹੈ? ਤੁਸੀਂ ਮੈਨੂੰ ਤਾਂ ਆਪਣੇ ਕਮਰੇ ਵਿੱਚ ਆਉਣ ਨਹੀਂ ਦਿੰਦੇ। ਤਾਂ ਮੇਰੀ ਮਾਂ ਮੇਰੀ ਗੱਲ 'ਤੇ ਨਾਰਾਜ਼ ਹੋ ਗਈ। ਕੀ ਤੂੰ ਮੇਰੇ 'ਤੇ ਸ਼ੱਕ ਕਰ ਰਿਹਾ ਏਂ? ਬੇਟਾ, ਮੈਂ ਇਹ ਚਾਰਪਾਈ ਕਿਸੇ ਮਕਸਦ ਲਈ ਰੱਖੀ ਹੈ। ਇਸ 'ਤੇ ਤੇਰੇ ਪਾਪਾ ਦੀ ਰੂਹ ਆਉਂਦੀ ਹੈ। ਪਾਪਾ ਦੀ ਰੂਹ? ਮਾਂ, ਇੰਨੀ ਹਮਪ੍ਰਸਤ ਨਾ ਬਣੋ। ਮੈਂ ਆਪਣੀ ਮਾਂ ਨੂੰ ਇਹ ਕਹਿ ਤਾਂ ਦਿੱਤਾ ਸੀ, ਪਰ ਮੇਰਾ ਸ਼ੱਕ ਵੱਧਦਾ ਜਾ ਰਿਹਾ ਸੀ। ਹਰ ਵਾਰ ਜਦ ਮੈਂ ਮਾਂ ਦੀ ਕੋਈ ਨਵੀਂ ਚੀਜ਼ ਦੇਖਦਾ ਤਾਂ ਮੇਰੇ ਦਿਮਾਗ ਵਿੱਚ ਪਿਛਲੀਆਂ ਸਾਰੀਆਂ ਗੱਲਾਂ ਘੁੰਮਣ ਲੱਗਦੀਆਂ। ਮਾਂ ਦੀਆਂ ਗੱਲਾਂ 'ਤੇ ਹੁਣ ਮੈਨੂੰ ਸ਼ੱਕ ਹੋਣ ਲੱਗਿਆ ਸੀ। ਅੱਜ ਵੀ ਅਜਿਹਾ ਹੀ ਮਹਿਸੂਸ ਹੋ ਰਿਹਾ ਸੀ ਕਿ ਆਖਿਰ ਮਾਂ ਨੇ ਆਪਣੇ ਕਮਰੇ ਵਿੱਚ ਦੂਜੀ ਚਾਰਪਾਈ ਕਿਉਂ ਵਿਛਾ ਕੇ ਰੱਖੀ ਹੋਈ ਹੈ। ਇੱਕ ਹੀ ਚਾਰਪਾਈ 'ਤੇ ਵੀ ਤਾਂ ਸੋਇਆ ਜਾ ਸਕਦਾ ਹੈ। ਫਿਰ ਰੱਬ ਹੀ ਜਾਣਦਾ ਹੈ ਕਿ ਅਜਿਹੀ ਕੀ ਵਜ੍ਹਾ ਸੀ ਕਿ ਮਾਂ ਨੇ ਦੂਜੀ ਚਾਰਪਾਈ ਰੱਖੀ ਹੋਈ ਸੀ। ਫਿਲਹਾਲ ਮੈਂ ਚੁੱਪ ਹੋ ਗਿਆ, ਪਰ ਮੈਂ ਸੋਚ ਲਿਆ ਸੀ ਕਿ ਮੈਂ ਹੁਣ ਹਰ ਇੱਕ ਚੀਜ਼ 'ਤੇ ਨਜ਼ਰ ਰੱਖਾਂਗਾ ਤੇ ਛੱਤ 'ਤੇ ਵੀ ਜਾਵਾਂਗਾ। ਪਰ ਇਸ ਤੋਂ ਪਹਿਲਾਂ ਹੀ ਮੇਰੇ ਨਾਲ ਇੱਕ ਅਜਿਹੀ ਗੱਲ ਹੋ ਗਈ ਜਿਸ ਨੇ ਮੇਰੇ ਦਿਮਾਗ ਨੂੰ ਹਿਲਾ ਕੇ ਰੱਖ ਦਿੱਤਾ ਤੇ ਮਾਂ ਦੀ ਹਕੀਕਤ ਖੁੱਲ੍ਹ ਕੇ ਮੇਰੇ ਸਾਹਮਣੇ ਆ ਗਈ। ਉਹਨਾਂ ਦਿਨਾਂ ਵਿੱਚ ਹੀ ਮੈਂ ਮਾਂ ਤੋਂ ਛੁਪ ਕੇ ਇੱਕ ਵਰਕਸ਼ਾਪ ਵਿੱਚ ਕੰਮ ਕਰਨ ਲੱਗਿਆ ਸੀ। ਮੈਨੂੰ ਕੋਈ ਕੰਮ ਨਹੀਂ ਆਉਂਦਾ ਸੀ ਕਿਉਂਕਿ ਮੈਂ ਜ਼ਿਆਦਾਤਰ ਪੜ੍ਹਾਈ ਕਰਦਾ ਸੀ, ਪਰ ਹੁਣ ਮੈਂ ਕੋਈ ਕੰਮ ਸਿੱਖ ਕੇ ਪੈਸੇ ਕਮਾਉਣਾ ਚਾਹੁੰਦਾ ਸੀ ਤਾਂ ਕਿ ਮਾਂ 'ਤੇ ਬੋਝ ਨਾ ਬਣਾ। ਪਤਾ ਨਹੀਂ ਮਾਂ ਪੈਸੇ ਕਮਾਉਂਦੀ ਕਿਵੇਂ ਸੀ, ਇਹ ਰਾਜ਼ ਮੈਨੂੰ ਹੁਣ ਤੱਕ ਨਹੀਂ ਪਤਾ ਸੀ, ਪਰ ਮੈਂ ਇਹ ਜ਼ਰੂਰ ਜਾਣਦਾ ਸੀ ਕਿ ਮਾਂ ਨੂੰ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ। ਇਸੇ ਲਈ ਉਹ ਇੱਕ ਇੱਕ ਪਾਈ ਦਾ ਹਿਸਾਬ ਕਰਦੀ ਰਹਿੰਦੀ ਸੀ ਕਿਉਂਕਿ ਉਸ ਦੇ ਕੋਲ ਪੈਸੇ ਘੱਟ ਹੁੰਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਘਰ ਦੇ ਸਾਰੇ ਗਹਿਣੇ ਉਵੇਂ ਦੇ ਉਵੇਂ ਹੀ ਪਏ ਸਨ। ਮਾਂ ਨੇ ਇੱਕ ਵੀ ਗਹਿਣਾ ਨਹੀਂ ਵੇਚਿਆ ਸੀ, ਸਗੋਂ ਉਹ ਹੁਣ ਇਹਨਾਂ ਗਹਿਣਿਆਂ ਨੂੰ ਪਹਿਨਣ ਵੀ ਲੱਗੀ ਸੀ ਤੇ ਮੈਂ ਜਦ ਵੀ ਮਾਂ ਨੂੰ ਦੇਖਦਾ ਸੀ ਤਾਂ ਉਸ ਦੇ ਰੰਗੀਨ ਕੱਪੜੇ ਪਾਏ ਹੋਏ ਹੁੰਦੇ ਸਨ। ਉਹਨਾਂ ਨੂੰ ਦੇਖ ਕੇ ਲੱਗਦਾ ਕਿ ਮਾਂ ਵਿਧਵਾ ਬਿਲਕੁਲ ਵੀ ਨਹੀਂ ਹੈ। ਵਿਧਵਾ ਔਰਤਾਂ ਦੇ ਰੰਗ ਢੰਗ ਹੀ ਕੁਝ ਹੋਰ ਹੁੰਦੇ ਹਨ। ਉਹਨਾਂ ਨੇ ਹਲਕੇ ਰੰਗ ਦੇ ਕੱਪੜੇ ਪਹਿਨੇ ਹੁੰਦੇ ਹਨ ਤੇ ਹਮੇਸ਼ਾ ਹੀ ਉਹ ਦੁਖੀ ਰਹਿੰਦੀਆਂ ਹਨ। ਘੱਟ ਤੋਂ ਘੱਟ ਮੈਂ ਤਾਂ ਆਪਣੇ ਪਿੰਡ ਵਿੱਚ ਇਹੀ ਦੇਖਿਆ ਸੀ। ਪਰ ਉਲਟਾ ਮੇਰੀ ਮਾਂ ਹੁਣ ਸੱਜ ਸਵਰ ਕੇ ਰਹਿਣ ਲੱਗੀ ਸੀ, ਕਦੇ ਵੀ ਆਪਣੇ ਆਪ ਨੂੰ ਬੁੜਾ ਨਾ ਹੋਣ ਦਿੰਦੀ, ਸਗੋਂ ਆਪਣੇ ਚਿਹਰੇ 'ਤੇ ਸੁਰਖੀ ਪਾਊਡਰ ਤੇ ਆਪਣੇ ਹੱਥਾਂ ਵਿੱਚ ਗਹਿਣੇ ਜ਼ਰੂਰ ਪਾ ਕੇ ਰੱਖਦੀ। ਮੈਂ ਮਾਂ ਦੀਆਂ ਗੱਲਾਂ 'ਤੇ ਕਦੇ ਸ਼ੱਕ ਨਹੀਂ ਕਰਦਾ ਸੀ, ਪਰ ਅੱਜ ਹੋਣ ਵਾਲੇ ਇਸ ਵਾਕਿਆ ਨੇ ਮੈਨੂੰ ਮਾਂ 'ਤੇ ਸ਼ੱਕ ਕਰਨ ਲਈ ਮਜਬੂਰ ਕਰ ਦਿੱਤਾ ਸੀ। ਮੈਂ ਜਿਸ ਵਰਕਸ਼ਾਪ ਵਿੱਚ ਕੰਮ ਕਰਨ ਜਾਂਦਾ ਸੀ, ਉੱਥੇ ਮੈਨੂੰ ਇੱਕ ਦਿਨ ਅਨਿਲ ਨਾਮ ਦਾ ਇੱਕ ਮੁੰਡਾ ਮਿਲਿਆ। ਉਹ ਮੁੰਡਾ ਮੈਨੂੰ ਵਾਰ-ਵਾਰ ਗੌਰ ਨਾਲ ਦੇਖ ਰਿਹਾ ਸੀ। ਜਦ ਉਹ ਮੇਰੇ ਵੱਲ ਦੇਖੀ ਜਾ ਰਿਹਾ ਸੀ ਤਾਂ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਕਿਸ ਪਿੰਡ ਤੋਂ ਆਏ ਹੋ। ਇਤਫਾਕ ਦੀ ਗੱਲ ਸੀ ਕਿ ਉਹ ਮੇਰੇ ਹੀ ਪਿੰਡ ਤੋਂ ਸੀ। ਉਹ ਮੈਨੂੰ ਤੇ ਮੇਰੀ ਮਾਂ ਨੂੰ ਜਾਣਦਾ ਸੀ, ਪਰ ਮੈਂ ਉਸ ਨੂੰ ਨਹੀਂ ਜਾਣਦਾ ਸੀ। ਅਸੀਂ ਦੋਨੋਂ ਇੱਕ ਦੂਜੇ ਦੇ ਗਲੇ ਲੱਗ ਕੇ ਬਹੁਤ ਖੁਸ਼ ਹੋਏ। ਉਹ ਕਹਿਣ ਲੱਗਿਆ ਕਿ ਤੁਸੀਂ ਇੱਥੇ ਆ ਗਏ, ਸਾਨੂੰ ਤਾਂ ਪਤਾ ਹੀ ਨਹੀਂ ਚੱਲਿਆ। ਤੇਰੀ ਮਾਂ ਰਾਤੋਂ ਰਾਤ ਉਸ ਮੁਹੱਲੇ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲੀ ਗਈ ਤੇ ਤੂੰ ਵੀ ਕਿਤੇ ਨਜ਼ਰ ਨਹੀਂ ਆਇਆ। ਅਸੀਂ ਲੋਕ ਤਾਂ ਇਹ ਸਮਝੇ ਕਿ ਰੱਬ ਨਾ ਕਰੇ ਤੁਹਾਡੇ ਨਾਲ ਕੋਈ ਹਾਦਸਾ ਹੋ ਗਿਆ ਹੈ, ਕਿਉਂਕਿ ਤੇਰੀ ਮਾਂ ਦੇ ਤਾਂ ਵੈਸੇ ਵੀ ਬਹੁਤ ਸਾਰੇ ਲੋਕਾਂ ਦੇ ਨਾਲ। ਇਹ ਕਹਿ ਕੇ ਉਸ ਨੇ ਆਪਣੀ ਗੱਲ ਅਧੂਰੀ ਛੱਡ ਦਿੱਤੀ। ਮੈਂ ਉਸ ਨੂੰ ਕਿਹਾ ਕਿ ਤੂੰ ਆਪਣੀ ਗੱਲ ਪੂਰੀ ਕਰ, ਤੂੰ ਕੀ ਕਹਿਣਾ ਚਾਹੁੰਦਾ ਏਂ? ਉਸ ਨੇ ਕਿਹਾ, ਨਹੀਂ ਕੁਝ ਨਹੀਂ, ਮੈਂ ਤਾਂ ਵੈਸੇ ਹੀ ਕਹਿ ਰਿਹਾ ਸੀ। ਹੋਰ ਸੁਣਾ, ਤੇਰੀ ਮਾਂ ਠੀਕ ਹੈ? ਉਸ ਨੇ ਅਜੀਬ ਜਿਹੇ ਲਹਿਜੇ ਨਾਲ ਪੁੱਛਿਆ। ਉਸ ਦੇ ਲਹਿਜੇ ਵਿੱਚ ਇੱਕ ਅਜੀਬ ਜਿਹੀ ਨਫ਼ਰਤ ਸੀ। ਮੈਂ ਕਿਹਾ, ਹਾਂ ਠੀਕ ਹੈ। ਮੈਂ ਉਸ ਨੂੰ ਬਹੁਤ ਖੁਰੀਦਣ ਦੀ ਕੋਸ਼ਿਸ਼ ਕੀਤੀ ਕਿ ਉਹ ਮੈਨੂੰ ਇਸ ਬਾਰੇ ਕੋਈ ਗੱਲ ਦੱਸੇ, ਪਰ ਉਸ ਨੇ ਮੈਨੂੰ ਕੁਝ ਨਹੀਂ ਦੱਸਿਆ। ਪਰ ਹਾਂ, ਇੰਨਾ ਬੋਲਿਆ ਕਿ ਤੇਰੇ ਵਰਗੇ ਬੇਟੇ ਬਹੁਤ ਲਾਚਾਰ ਹੁੰਦੇ ਹਨ, ਜਿਹੜੇ ਕਿ ਆਪਣੀ ਮਾਂ ਦੇ ਕਰੈਕਟਰ ਦੀ ਵਜ੍ਹਾ ਨਾਲ ਦੂਜਿਆਂ ਦੇ ਸਾਹਮਣੇ ਸ਼ਰਮਿੰਦਾ ਹੁੰਦੇ ਹਨ। ਇਹ ਗੱਲ ਉਸਨੇ ਗੱਲਾਂ ਹੀ ਗੱਲਾਂ ਵਿੱਚ ਕਹਿ ਦਿੱਤੀ ਸੀ। ਮੈਂ ਉਸ ਦੀ ਗੱਲ ਦਾ ਕੋਈ ਜਵਾਬ ਨਾ ਦੇ ਸਕਿਆ, ਪਰ ਮੇਰੀ ਮਾਂ 'ਤੇ ਮੇਰਾ ਸ਼ੱਕ ਇੰਨਾ ਗਹਿਰਾ ਹੁੰਦਾ ਜਾ ਰਿਹਾ ਸੀ ਕਿ ਮੈਂ ਚਾਹੁੰਦਾ ਸੀ ਕਿ ਮੈਂ ਮਾਂ ਨੂੰ ਰੰਗੇ ਹੱਥੀਂ ਫੜਾਂ। ਮੈਂ ਹੁਣ ਸਮਝਦਾਰ ਹੋ ਗਿਆ ਸੀ। ਮੈਨੂੰ ਲੱਗਦਾ ਸੀ ਕਿ ਮੇਰੀ ਮਾਂ ਕਿਸੇ ਨੂੰ ਮਿਲਦੀ ਹੈ। ਇਸ ਦਾ ਕਿਸੇ ਆਦਮੀ ਦੇ ਨਾਲ ਕੋਈ ਚੱਕਰ ਹੈ ਵੀ, ਜਾਂ ਫਿਰ ਕੋਈ ਹੋਰ ਗੱਲ ਹੈ ਜਿਸ ਦੀ ਵਜ੍ਹਾ ਨਾਲ ਮੇਰੀ ਮਾਂ ਇੰਨੀ ਬੇਫਿਕਰ ਹੈ। ਉਸ ਰਾਤ ਘਰ ਆ ਕੇ ਮੈਂ ਹਰ ਇੱਕ ਚੀਜ਼ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ।
ਅੱਜ ਤਾਂ ਮੈਂ ਇੱਕ ਅਜੀਬ ਜਿਹਾ ਮੰਜ਼ਰ ਦੇਖਿਆ ਸੀ। ਰਾਤ ਦੇ ਕਰੀਬ 12 ਵਜੇ ਜਦੋਂ ਮੈਂ ਆਪਣੇ ਕਮਰੇ ਤੋਂ ਬਾਹਰ ਆਇਆ, ਮੈਂ ਸੋਚਿਆ ਸੀ ਕਿ ਅੱਜ ਤਾਂ ਮੈਂ ਆਪਣੀ ਮਾਂ ਦੇ ਕਮਰੇ ਵਿੱਚ ਜਾ ਕੇ ਜ਼ਰੂਰ ਦੇਖਾਂਗਾ ਕਿ ਉੱਥੇ ਕੀ ਹੁੰਦਾ ਹੈ। ਉਸ ਦੂਜੀ ਚਾਰਪਾਈ 'ਤੇ ਕੌਣ ਸੌਂਦਾ ਹੈ। ਫਿਰ ਮੈਂ ਜਿਵੇਂ ਹੀ ਮਾਂ ਦੇ ਕਮਰੇ ਦੇ ਬਾਹਰ ਰੱਖੇ ਜੁੱਤੇ ਦੇਖੇ ਤਾਂ ਮੇਰੇ ਤਾਂ ਹੋਸ਼ ਉੱਡ ਗਏ। ਮਾਂ ਦੇ ਕਮਰੇ ਦੇ ਬਾਹਰ 2 ਵੱਡੇ ਵੱਡੇ ਮਰਦਾਨਾ ਜੁੱਤੇ ਰੱਖੇ ਹੋਏ ਸਨ। ਉਹਨਾਂ ਜੁੱਤੀਆਂ ਨੂੰ ਦੇਖ ਕੇ ਮੈਨੂੰ ਸਾਫ਼ ਪਤਾ ਚੱਲ ਰਿਹਾ ਸੀ ਕਿ ਅੱਜ ਸਾਡੇ ਘਰ ਵਿੱਚ ਕੋਈ ਹੋਰ ਵੀ ਆਇਆ ਹੋਇਆ ਹੈ। ਮੈਂ ਸੋਚਿਆ ਕਿ ਮੈਨੂੰ ਮਾਂ ਦੇ ਕਮਰੇ 'ਤੇ ਦਸਤਕ ਦੇ ਕੇ ਉਹਨਾਂ ਨੂੰ ਮੌਕਾ ਦੇਣ ਤੋਂ ਚੰਗਾ ਹੈ ਮੈਂ ਇੱਥੇ ਹੀ ਬਾਹਰ ਬੈਠ ਕੇ ਇੰਤਜ਼ਾਰ ਕਰਾਂ ਕਿ ਉਹ ਆਦਮੀ ਕੌਣ ਹੈ ਤੇ ਕਿੱਥੇ ਜਾਂਦਾ ਹੈ। ਮੈਂ ਆਪਣੇ ਕਮਰੇ ਵਿੱਚ ਆ ਗਿਆ ਸੀ। ਮੇਰੇ ਕਮਰੇ ਦੀ ਖਿੜਕੀ ਤੋਂ ਬਾਹਰ ਦਾ ਦ੍ਰਿਸ਼ ਸਾਫ਼ ਨਜ਼ਰ ਆਉਂਦਾ ਸੀ। ਮੈਂ ਆਪਣੇ ਕਮਰੇ ਵਿੱਚ ਆਪਣੀ ਮਾਂ 'ਤੇ ਨਜ਼ਰ ਜਮਾਈ ਬੈਠਾ ਸੀ। ਕਾਫੀ ਰਾਤ ਬੀਤ ਗਈ ਸੀ, ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੈਂ ਬਿਲਕੁਲ ਅਲਰਟ ਹੋਈ ਬੈਠਾ ਸੀ, ਇੱਕਦਮ ਚੌਕੰਨਾ ਸੀ। ਪਰ ਸਵੇਰ ਦੇ 4:30 ਵਜੇ ਮੇਰੀ ਅੱਖ ਲੱਗ ਗਈ। ਮੈਂ ਸੌਂ ਗਿਆ ਤੇ ਫਿਰ ਜਦ ਉੱਠਣ ਤੋਂ ਬਾਅਦ ਮੈਂ ਬਾਹਰ ਆਇਆ ਤਾਂ ਦੇਖਿਆ ਕਿ ਮਾਂ ਘਰ ਦਾ ਕੰਮ ਕਰ ਰਹੀ ਸੀ। ਮਾਂ ਜਾਗ ਚੁੱਕੀ ਸੀ। ਇਹ ਦੇਖ ਕੇ ਮੈਂ ਜਲਦੀ ਨਾਲ ਬਾਹਰ ਆਇਆ। ਮੈਂ ਆਪਣੀ ਮਾਂ ਨੂੰ ਰੰਗੇ ਹੱਥੀਂ ਨਹੀਂ ਫੜ ਸਕਿਆ ਸੀ ਕਿਉਂਕਿ ਨਾ ਤਾਂ ਉੱਥੇ ਜੁੱਤੀਆਂ ਸਨ ਤੇ ਨਾ ਹੀ ਕਮਰੇ ਵਿੱਚ ਕੋਈ ਅਜਿਹੇ ਹਾਲਾਤ ਸਨ। ਮੁਮਕਿਨ ਹੈ ਕਿ ਉਹ ਆਦਮੀ ਜਾ ਚੁੱਕਿਆ ਸੀ। ਮੈਂ ਦੇਖਿਆ ਕਿ ਘਰ ਦਾ ਦਰਵਾਜ਼ਾ ਵੀ ਬੰਦ ਸੀ। ਹੁਣ ਮੇਰੇ ਕੋਲ ਅਜਿਹਾ ਕੋਈ ਸਬੂਤ ਨਹੀਂ ਸੀ ਜਿਸ ਦੇ ਆਧਾਰ 'ਤੇ ਮੈਂ ਮਾਂ ਨੂੰ ਕੋਈ ਸਵਾਲ ਜਵਾਬ ਕਰਦਾ। ਮੈਂ ਚੁੱਪ ਹੋ ਗਿਆ ਪਰ ਮਨ ਹੀ ਮਨ ਸੋਚਣ ਲੱਗਿਆ ਕਿ ਕੱਲ੍ਹ ਮੈਂ ਮਾਂ ਦਾ ਰਾਜ਼ ਜਾਣ ਕੇ ਹੀ ਰਹਾਂਗਾ। ਅਗਲੀ ਰਾਤ ਹੋਈ ਤਾਂ ਸੋਚਿਆ ਕਿ ਨੀਂਦ ਆ ਜਾਵੇਗੀ, ਇਸ ਲਈ ਮੈਂ ਕਮਰੇ ਤੋਂ ਬਾਹਰ ਹੀ ਰਹਾਂਗਾ, ਬਲਕਿ ਘਰ ਤੋਂ ਹੀ ਬਾਹਰ ਰਹਾਂਗਾ ਤੇ ਜਦੋਂ ਉਹ ਆਦਮੀ ਘਰ ਆਵੇਗਾ ਤਾਂ ਮੈਂ ਜ਼ਰੂਰ ਦੇਖਾਂਗਾ ਕਿ ਉਹ ਕੌਣ ਹੈ। ਮੈਂ ਘਰ ਦੇ ਬਾਹਰ ਜਾ ਕੇ ਬੈਠ ਗਿਆ ਸੀ। ਹੁਣ ਮੈਂ ਉਸ ਆਦਮੀ ਦਾ ਇੰਤਜ਼ਾਰ ਕਰ ਰਿਹਾ ਸੀ। ਫਿਰ ਮੈਂ ਸੋਚਿਆ ਕਿ ਮਾਂ ਮੈਨੂੰ ਬਾਹਰ ਬੈਠੇ ਨੂੰ ਦੇਖ ਲਵੇਗੀ। ਫਿਰ ਮੈਂ ਘਰ ਦੇ ਅੰਦਰ ਜਾ ਕੇ ਬੈਠ ਗਿਆ। ਮੈਨੂੰ ਬੈਠੇ ਨੂੰ ਅਜੇ 5 ਹੀ ਮਿੰਟ ਹੋਏ ਸਨ ਕਿ ਮੇਰੀ ਮਾਂ ਆਪਣੇ ਕਮਰੇ ਵਿੱਚੋਂ ਨਿਕਲ ਕੇ ਮੇਰੇ ਕੋਲ ਆ ਗਈ ਤੇ ਪੁੱਛਣ ਲੱਗੀ ਕਿ ਬੇਟਾ ਤੂੰ ਇੰਨਾ ਪਰੇਸ਼ਾਨ ਕਿਉਂ ਲੱਗ ਰਿਹਾ ਏ? ਕੀ ਗੱਲ ਹੈ, ਮੈਨੂੰ ਨਹੀਂ ਦੱਸੇਂਗਾ? ਮੈਂ ਚੁੱਪ ਕਰਕੇ ਬੈਠਾ ਰਿਹਾ। ਫਿਰ ਮਾਂ ਮੇਰੇ ਕੋਲ ਆ ਕੇ ਬੈਠ ਗਈ ਤੇ ਮਾਂ ਨੇ ਜੋ ਮੈਨੂੰ ਗੱਲ ਕਹੀ ਮੇਰੇ ਤਾਂ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮਾਂ ਬੋਲੀ, ਬੇਟਾ ਮੈਂ ਸਭ ਜਾਣਦੀ ਹਾਂ ਕਿ ਤੂੰ ਕਿੰਨੇ ਦਿਨਾਂ ਤੋਂ ਮੇਰੇ 'ਤੇ ਪਹਿਰਾ ਦੇ ਰਿਹਾ ਏਂ। ਤੂੰ ਇਹ ਜਾਣਨਾ ਚਾਹੁੰਦਾ ਏਂ ਕਿ ਮੇਰੇ ਕਮਰੇ ਦੇ ਬਾਹਰ ਜੁੱਤੇ ਕਿਸ ਦੇ ਹਨ, ਮੈਂ ਲਿਪਸਟਿਕ ਕੱਪੜੇ ਕਿਸ ਲਈ ਪਹਿਨਦੀ ਹਾਂ ਤੇ ਇਹ ਗਹਿਣੇ ਕਿਸ ਲਈ ਪਹਿਨਦੀ ਹਾਂ। ਮਾਂ ਦੇ ਮੂੰਹ ਤੋਂ ਇਹ ਸਾਰੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਿਆ। ਮਾਂ, ਤੁਹਾਨੂੰ ਮੇਰੀ ਹਰ ਗੱਲ ਦਾ ਪਤਾ ਹੈ? ਮਾਂ ਮੇਰੇ ਵੱਲ ਦੇਖ ਕੇ ਮੁਸਕਰਾਈ ਤੇ ਕਹਿਣ ਲੱਗੀ, ਤੈਨੂੰ ਕੀ ਲੱਗਦਾ ਹੈ ਕਿ ਮੈਂ ਨਹੀਂ ਜਾਣਦੀ ਕਿ ਤੇਰੇ ਦਿਲ ਵਿੱਚ ਕੀ ਹੈ? ਬੇਟਾ, ਮੈਂ ਤੇਰੀ ਮਾਂ ਹਾਂ, ਸਭ ਸਮਝਦੀ ਹਾਂ। ਮੈਂ ਬੋਲਿਆ, ਮਾਂ ਮੈਂ ਬਚਪਨ ਤੋਂ ਤੁਹਾਨੂੰ ਦੇਖਦਾ ਆ ਰਿਹਾ ਹਾਂ। ਆਖਿਰ ਮੈਨੂੰ ਸਮਝ ਕਿਉਂ ਨਹੀਂ ਆਉਂਦੀ ਕਿ ਮੈਂ ਅੰਨ੍ਹਾ ਹੋ ਗਿਆ ਹਾਂ ਜਾਂ ਮੈਨੂੰ ਦਿਖਾਈ ਨਹੀਂ ਦਿੰਦਾ? ਮੈਂ ਰੋਣ ਲੱਗਿਆ। ਮੇਰੀ ਮਾਂ ਨੇ ਕਿਹਾ ਕਿ ਤੂੰ ਮੇਰੀ ਇੱਕ ਗੱਲ ਮੰਨ ਲੈ, ਮੈਂ ਤੈਨੂੰ ਸਾਰੇ ਰਾਜ਼ ਦੱਸ ਦਵਾਂਗੀ। ਮੈਂ ਤੈਨੂੰ ਸਭ ਕੁਝ ਸੱਚ ਦੱਸ ਦਵਾਂਗੀ ਕਿ ਇਸ ਗੱਲ ਦੇ ਪਿੱਛੇ ਕੀ ਰਾਜ਼ ਹੈ। ਮੈਂ ਕਿਹਾ, ਤੁਸੀਂ ਬੋਲੋ ਮਾਂ, ਮੈਂ ਸਭ ਕੁਝ ਕਰਾਂਗਾ ਜੋ ਤੁਸੀਂ ਕਹੋਗੇ, ਪਰ ਮੈਨੂੰ ਹੁਣ ਇਸ ਕਸਮਕਸ ਵਿੱਚੋਂ ਕੱਢੋ। ਮੈਨੂੰ ਆਪਣੀ ਹਰ ਗੱਲ ਦੱਸੋ। ਮੈਂ ਤੁਹਾਡਾ ਬੇਟਾ ਹਾਂ, ਕੋਈ ਦੁਸ਼ਮਣ ਨਹੀਂ। ਮਾਂ ਨੇ ਕਿਹਾ, ਠੀਕ ਹੈ, ਤੂੰ ਤਿਆਰ ਹੋ ਜਾ, ਐਤਵਾਰ ਨੂੰ ਤੇਰਾ ਵਿਆਹ ਹੈ। ਜੇ ਤੂੰ ਮੇਰੀ ਮਰਜ਼ੀ ਦੇ ਨਾਲ ਇਹ ਵਿਆਹ ਕਰਵਾ ਲਵੇਂਗਾ ਤਾਂ ਮੈਂ ਤੈਨੂੰ ਸਭ ਕੁਝ ਸੱਚ-ਸੱਚ ਦੱਸ ਦਵਾਂਗੀ। ਫਿਰ ਤੇਰਾ ਜੋ ਫੈਸਲਾ ਹੋਵੇਗਾ ਉਹ ਮੈਨੂੰ ਮਨਜ਼ੂਰ ਹੋਵੇਗਾ। ਮੈਂ ਮਾਂ ਨੂੰ ਹੈਰਾਨੀ ਨਾਲ ਦੇਖਣ ਲੱਗਿਆ ਤੇ ਫਿਰ ਮੈਂ ਮਾਂ ਦੀ ਗੱਲ ਮੰਨ ਲਈ ਸੀ। ਹੁਣ ਮੈਨੂੰ ਐਤਵਾਰ ਦੇ ਦਿਨ ਦਾ ਇੰਤਜ਼ਾਰ ਸੀ। ਹੁਣ ਮੇਰੀ ਉਮਰ 19 ਸਾਲ ਹੋ ਚੁੱਕੀ ਸੀ ਤੇ ਮੇਰੀ ਮਾਂ ਮੇਰਾ ਵਿਆਹ ਕਰਵਾ ਦੇਣਾ ਚਾਹੁੰਦੀ ਸੀ, ਪਰ ਕਿਸ ਨਾਲ ਇਹ ਮੈਨੂੰ ਨਹੀਂ ਪਤਾ ਸੀ। ਐਤਵਾਰ ਵਾਲੇ ਦਿਨ ਮਾਂ ਮੈਨੂੰ ਇੱਕ ਗੱਡੀ ਵਿੱਚ ਬਿਠਾ ਕੇ ਇੱਕ ਵੱਡੇ ਘਰ ਵਿੱਚ ਲੈ ਗਈ। ਉਹ ਘਰ ਦੇ ਅੱਗੇ ਕਾਫੀ ਸਿਕਿਉਰਿਟੀ ਗਾਰਡ ਵੀ ਖੜੇ ਸਨ ਜਿਨ੍ਹਾਂ ਨੇ ਸਾਡਾ ਸਵਾਗਤ ਕੀਤਾ। ਫਿਰ ਮਾਂ ਤੇ ਮੈਨੂੰ ਬੜੀ ਇੱਜ਼ਤ ਦੇ ਨਾਲ ਅੰਦਰ ਲਿਜਾ ਕੇ ਕਮਰੇ ਵਿੱਚ ਬਿਠਾਇਆ ਗਿਆ। ਮੇਰੇ ਸਾਹਮਣੇ 5 ਨੌਜਵਾਨ ਆ ਕੇ ਬੈਠੇ ਤੇ ਕਹਿਣ ਲੱਗੇ ਕਿ ਤੈਨੂੰ ਇਸ ਵਿਆਹ ਤੋਂ ਕੋਈ ਇਤਰਾਜ਼ ਤਾਂ ਨਹੀਂ? ਮੈਂ ਨਾਂ ਵਿੱਚ ਸਿਰ ਹਿਲਾ ਦਿੱਤਾ। ਤੂੰ ਸਾਡੀ ਭੈਣ ਨੂੰ ਖੁਸ਼ ਰੱਖੀਂ, ਅਸੀਂ ਤੇਰੀ ਹਰ ਤਰ੍ਹਾਂ ਨਾਲ ਮਦਦ ਕਰਾਂਗੇ। ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਮੈਂ ਨਹੀਂ ਜਾਣਦਾ ਸੀ ਕਿ ਮੇਰੀ ਮਾਂ ਇਸ ਕੁੜੀ ਨਾਲ ਮੇਰਾ ਵਿਆਹ ਕਿਉਂ ਕਰਵਾਉਣਾ ਚਾਹੁੰਦੀ ਸੀ। ਥੋੜ੍ਹੀ ਹੀ ਦੇਰ ਬਾਅਦ ਵਿਆਹ ਦੇ ਪੇਪਰ ਮੇਰੇ ਸਾਹਮਣੇ ਲਿਆਂਦੇ ਗਏ ਜਿਸ 'ਤੇ ਮੈਂ ਸਾਈਨ ਕਰ ਦਿੱਤੇ। ਇਸ ਤਰ੍ਹਾਂ ਨਿਸ਼ਾ ਮੇਰੀ ਪਤਨੀ ਬਣ ਗਈ। ਮੇਰੀ ਮਾਂ ਦੀ ਜੋ ਸ਼ਰਤ ਸੀ ਹੁਣ ਮੈਂ ਉਹ ਪੂਰੀ ਕਰ ਦਿੱਤੀ ਸੀ। ਮੇਰੀ ਪਤਨੀ ਆਪਣੇ ਕਮਰੇ ਵਿੱਚ ਬੈਠੀ ਸੀ। ਮੈਂ ਮਾਂ ਦੇ ਕੋਲ ਆਇਆ ਤੇ ਕਹਿਣ ਲੱਗਿਆ ਕਿ ਮਾਂ, ਹੁਣ ਜੇ ਤੁਸੀਂ ਮੈਨੂੰ ਆਪਣੇ ਸਾਰੇ ਰਾਜ਼ ਨਾ ਦੱਸੇ ਤਾਂ ਮੈਂ ਵੀ ਤੁਹਾਡੀ ਕੋਈ ਗੱਲ ਨਹੀਂ ਮੰਨਾਂਗਾ। ਮੇਰੀ ਗੱਲ ਸੁਣ ਕੇ ਮੇਰੀ ਮਾਂ ਮੁਸਕਰਾਈ ਤੇ ਕਹਿਣ ਲੱਗੀ, ਇੱਥੇ ਆ ਕੇ ਮੇਰੇ ਕੋਲ ਬੈਠ, ਮੈਂ ਤੈਨੂੰ ਸਾਰੀ ਗੱਲ ਦੱਸਦੀ ਹਾਂ।
ਪਰ ਮੇਰੇ ਨਾਲ ਵਾਅਦਾ ਕਰ ਕਿ ਤੂੰ ਕਦੇ ਵੀ ਇਹਨਾਂ ਗੱਲਾਂ ਦਾ ਆਪਣੀ ਪਤਨੀ ਕੋਲ ਜ਼ਿਕਰ ਨਹੀਂ ਕਰੇਂਗਾ। ਮੈਂ ਮਾਂ ਦੇ ਕੋਲ ਬੈਠ ਗਿਆ ਤੇ ਮਾਂ ਨੇ ਆਪਣੀ ਕਹਾਣੀ ਸ਼ੁਰੂ ਕੀਤੀ। ਦੇਖ ਬੇਟਾ, ਇਸ ਦੁਨੀਆ ਵਿੱਚ ਔਰਤ ਕਿੰਨੀ ਵੀ ਸ਼ਰੀਫ ਕਿਉਂ ਨਾ ਹੋਵੇ, ਪਰ ਇਹ ਦੁਨੀਆ ਮਰਦਾਂ ਦੀ ਹੈ। ਇਕੱਲੀ ਤੇ ਤਨਹਾ ਔਰਤ ਤੇ ਇਲਜ਼ਾਮ ਜ਼ਰੂਰ ਲਗਾਏ ਜਾਂਦੇ ਹਨ। ਪਿੰਡ ਵਿੱਚ ਵੀ ਅਜਿਹਾ ਹੀ ਹੋਇਆ ਸੀ। ਆਪਣਾ ਛੋਟਾ ਜਿਹਾ ਘਰ ਸੀ, ਤੂੰ ਮੇਰੇ ਕੋਲ ਸੀ ਤੇ ਪਿੰਡ ਵਿੱਚ ਕਈ ਘਟੀਆ ਲੋਕਾਂ ਦੀ ਨਜ਼ਰ ਮੇਰੇ ਤੇ ਸੀ। ਆਪਣੇ ਕਮਰੇ ਦੀ ਖਿੜਕੀ ਗਲੀ ਵੱਲ ਸੀ। ਉਸ ਸ਼ੀਸ਼ੇ ਵਾਲੀ ਖਿੜਕੀ ਤੋਂ ਕੁਝ ਨਜ਼ਰ ਤਾਂ ਨਹੀਂ ਆਉਂਦਾ ਸੀ, ਪਰ ਇਹ ਜ਼ਰੂਰ ਪਤਾ ਲੱਗ ਜਾਂਦਾ ਸੀ ਕਿ ਸਾਡੇ ਘਰ ਵਿੱਚ ਕਿੰਨੇ ਲੋਕ ਹਨ। ਜਦ ਅਸੀਂ ਮਾਂ ਬੇਟਾ ਕਮਰੇ ਵਿੱਚ ਹੁੰਦੇ ਤਾਂ ਗੰਦੇ ਲੋਕਾਂ ਦੀਆਂ ਗੰਦੀਆਂ ਨਜ਼ਰਾਂ ਵਿੱਚ ਅਸੀਂ ਹੁੰਦੇ ਸੀ ਤੇ ਉਹ ਆਪਣੇ ਗੰਦੇ ਦਿਮਾਗ ਤੋਂ ਇਹ ਸੋਚਦੇ ਸੀ ਕਿ ਰਾਤ ਦੇ ਵਕਤ ਮੇਰੇ ਨਾਲ ਕਮਰੇ ਵਿੱਚ ਕੋਈ ਮਰਦ ਮੌਜੂਦ ਹੈ। ਉਹ ਲੋਕ ਮੈਨੂੰ ਇੱਕ ਬੁਰੀ ਔਰਤ ਸਮਝਦੇ ਸਨ। ਇੱਕ ਰਾਤ ਜਦੋਂ ਕਿਸੇ ਨੇ ਖਿੜਕੀ ਦਾ ਸ਼ੀਸ਼ਾ ਤੋੜਿਆ ਸੀ ਤਾਂ ਮੈਂ ਬੁਰੀ ਤਰ੍ਹਾਂ ਡਰ ਗਈ ਸੀ ਤੇ ਤੇਰੇ ਤੇ ਵੀ ਗੁੱਸਾ ਕੀਤਾ ਕਿ ਤੂੰ ਅੱਜ ਤੋਂ ਅਲੱਗ ਸੋਇਆ ਕਰੇਂਗਾ। ਪਰ ਜਦ ਲੋਕ ਮੇਰੇ ਬਾਰੇ ਅਜੀਬ-ਅਜੀਬ ਗੱਲਾਂ ਕਰਨ ਲੱਗੇ ਤਾਂ ਮੈਂ ਤੈਨੂੰ ਲੈ ਕੇ ਸ਼ਹਿਰ ਆ ਗਈ। ਇੱਥੇ ਮੈਂ ਬਹੁਤ ਮਜਬੂਰੀ ਵਿੱਚ ਇੱਕ ਆਦਮੀ ਨਾਲ ਵਿਆਹ ਕਰਵਾ ਲਿਆ। ਉਹ ਬਹੁਤ ਹੀ ਚੰਗਾ ਤੇ ਸ਼ਰੀਫ ਇਨਸਾਨ ਹੈ। ਮੈਂ ਉਸ ਨਾਲ ਸਿਰਫ ਪੇਪਰ ਵਾਲਾ ਹੀ ਵਿਆਹ ਕਰਵਾਇਆ ਸੀ ਤਾਂ ਕਿ ਮੈਨੂੰ ਸਿਰਫ ਸਹਾਰਾ ਮਿਲ ਸਕੇ ਤੇ ਮੈਂ ਸਾਰੀ ਜ਼ਿੰਦਗੀ ਵਿਧਵਾ ਨਾ ਕਹਾਵਾਂ। ਮੈਂ ਚੂੜੀਆਂ ਤੇ ਜੇਵਰਾਤ ਇਸ ਲਈ ਪਹਿਨਦੀ ਸੀ ਤਾਂ ਕਿ ਹਰ ਆਉਣ ਵਾਲੀ ਔਰਤ ਨੂੰ ਮੈਂ ਇਹ ਦੱਸ ਸਕਾਂ ਕਿ ਮੈਂ ਸੁਹਾਗਣ ਹਾਂ, ਵਿਧਵਾ ਨਹੀਂ। ਇਸ ਲਈ ਔਰਤਾਂ ਮੈਨੂੰ ਬੇਸਹਾਰਾ ਨਹੀਂ ਸਮਝਦੀਆਂ ਸਨ। ਹਰ ਆਉਣ ਵਾਲੀ ਔਰਤ ਮਾਸੂਮ ਤੇ ਸ਼ਰੀਫ ਨਹੀਂ ਹੁੰਦੀ। ਉਹਨਾਂ ਵਿੱਚ ਕੁਝ ਚਾਲਬਾਜ਼ ਵੀ ਹੁੰਦੀਆਂ ਹਨ ਤੇ ਬੁਰੇ ਆਦਮੀ ਦਾ ਹਰ ਜਗ੍ਹਾ ਮੌਜੂਦ ਹੁੰਦੇ ਹਨ। ਉਹ ਇਕੱਲੀ ਤੇ ਬੇਸਹਾਰਾ ਔਰਤ ਦੇ ਪਿੱਛੇ ਪੈ ਜਾਂਦੇ ਹਨ। ਮੈਂ ਆਪਣੇ ਗਹਿਣਿਆਂ ਦੇ ਜ਼ਰੀਏ ਸਭ ਨੂੰ ਇਹ ਸੰਦੇਸ਼ ਦਿੰਦੀ ਕਿ ਮੈਂ ਇੱਕ ਵਿਧਵਾ ਨਹੀਂ ਹਾਂ, ਸਗੋਂ ਮੇਰਾ ਪਤੀ ਹੈ। ਪਰ ਬੇਟਾ, ਤੂੰ ਉਸ ਇਨਸਾਨ ਦੀ ਫਿਕਰ ਨਾ ਕਰ। ਉਸਨੇ ਸਿਰਫ ਮੇਰੇ ਨਾਲ ਇੱਕ ਕਾਗਜ਼ੀ ਵਿਆਹ ਕਰਵਾਇਆ ਹੈ। ਉਸ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਸੀ। ਉਹ ਕਦੇ-ਕਦੇ ਇੱਥੇ ਆ ਜਾਂਦਾ ਹੈ ਤੇ ਮੈਨੂੰ ਮਹੀਨੇ ਦੇ ਖਰਚੇ ਜੋਗੇ ਪੈਸੇ ਦੇ ਕੇ ਜਾਂਦਾ ਹੈ। ਉਸਨੇ ਵਿਆਹ ਕਰਵਾ ਕੇ ਮੈਨੂੰ ਸਹਾਰਾ ਦਿੱਤਾ ਹੈ। ਤੇ ਰਹੀ ਗੱਲ ਉਹਨਾਂ ਜੁੱਤੀਆਂ ਦੀ, ਉਹ ਤਾਂ ਮੈਂ ਇਸ ਲਈ ਰੱਖਦੀ ਹਾਂ ਕਿ ਹਰ ਆਉਣ ਵਾਲੇ ਨੂੰ ਇਹ ਅੰਦਾਜ਼ਾ ਹੋਵੇ ਕਿ ਇਸ ਘਰ ਵਿੱਚ ਵੀ ਕੋਈ ਮਰਦ ਹੈ ਤੇ ਤੇਰੇ ਸਾਰੇ ਸਵਾਲਾਂ ਦੇ ਜਵਾਬ ਤੈਨੂੰ ਮਿਲ ਗਏ ਹੋਣਗੇ। ਮੈਂ ਕਦੇ ਵੀ ਤੇਰੀ ਇੱਜ਼ਤ ਨੂੰ ਨਿਲਾਮ ਨਹੀਂ ਹੋਣ ਦਿੱਤਾ ਤੇ ਜਿਸ ਕੁੜੀ ਨਾਲ ਤੇਰਾ ਵਿਆਹ ਕਰਵਾਇਆ ਹੈ, ਇਹ ਉਸ ਆਦਮੀ ਦੀ ਭਾਣਜੀ ਹੈ ਜਿਸ ਨਾਲ ਮੈਂ ਵਿਆਹ ਕਰਵਾਇਆ ਹੈ। ਤੇਰੀ ਪਤਨੀ ਬਹੁਤ ਖੂਬਸੂਰਤ ਹੈ, ਪਰ ਇਸ ਨਾਲ ਕੋਈ ਵਿਆਹ ਕਰਨ ਨੂੰ ਤਿਆਰ ਨਹੀਂ ਸੀ। ਮੈਂ ਤਰਸ ਖਾ ਕੇ ਤੇਰਾ ਵਿਆਹ ਇਸ ਕੁੜੀ ਨਾਲ ਕਰਵਾ ਦਿੱਤਾ ਹੈ। ਜੇ ਹੁਣ ਵੀ ਤੈਨੂੰ ਆਪਣੀ ਮਾਂ 'ਤੇ ਕੋਈ ਸ਼ੱਕ ਹੈ ਤਾਂ ਤੂੰ ਇਸ ਆਦਮੀ ਕੋਲ ਜਾ ਕੇ ਪਤਾ ਕਰ ਲੈ। ਮੈਂ ਅੱਜ ਤੱਕ ਕਿਸੇ ਵੱਲ ਅੱਖ ਉਠਾ ਕੇ ਵੀ ਨਹੀਂ ਦੇਖਿਆ। ਮੈਂ ਮਾਂ ਦੀਆਂ ਗੱਲਾਂ ਸੁਣ ਕੇ ਪਰੇਸ਼ਾਨ ਹੋ ਗਿਆ ਸੀ। ਮੈਂ ਕਿਹਾ, ਮਾਂ, ਮੈਂ ਤਾਂ ਵਿਆਹ ਕਰਵਾ ਲਿਆ ਹੈ। ਤੁਸੀਂ ਮੇਰਾ ਹੱਕ ਅਦਾ ਕਰ ਦਿੱਤਾ ਹੈ। ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਤੁਹਾਡੇ ਪਤੀ ਕੋਲ ਛੱਡ ਆਉਂਦਾ ਹਾਂ। ਮੈਂ ਇੰਨਾ ਤੰਗ ਦਿਲ ਵੀ ਨਹੀਂ ਹਾਂ ਕਿ ਆਪਣੀ ਮਾਂ ਦੀ ਖੁਸ਼ੀਆਂ 'ਤੇ ਰੋਕ ਟੋਕ ਲਗਾਵਾਂ ਤੇ ਆਪਣੀ ਝੂਠੀ ਇੱਜ਼ਤ ਨੂੰ ਬਣਾਈ ਰੱਖਾਂ। ਮੇਰੀ ਗੱਲ ਸੁਣ ਕੇ ਮੇਰੀ ਮਾਂ ਰੋਣ ਲੱਗੀ ਤੇ ਕਹਿਣ ਲੱਗੀ ਕਿ ਨਹੀਂ ਬੇਟਾ, ਮੈਂ ਤੈਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ, ਪਰ ਦੁਬਾਰਾ ਤੂੰ ਮੇਰੇ 'ਤੇ ਕਦੇ ਸ਼ੱਕ ਨਾ ਕਰੀਂ। ਤੇਰੀ ਮਾਂ ਇਕੱਲੀ ਇਸ ਜ਼ਮਾਨੇ ਨਾਲ ਲੜੀ ਹੈ। ਮੈਂ ਜਿਸ ਲਈ ਲੜੀ ਹਾਂ ਉਹ ਤੂੰ ਹੈ, ਪਰ ਜੇ ਤੂੰ ਹੀ ਮੇਰੇ 'ਤੇ ਸ਼ੱਕ ਕਰੇਂਗਾ ਤਾਂ ਮੈਂ ਟੁੱਟ ਜਾਵਾਂਗੀ। ਮੈਂ ਆਪਣੀ ਮਾਂ ਨੂੰ ਗਲੇ ਲਗਾ ਲਿਆ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ ਕਿਉਂਕਿ ਮੇਰੇ ਕੋਲ ਕਹਿਣ ਲਈ ਕੁਝ ਨਹੀਂ ਸੀ। ਸੱਚ ਹੈ ਕਿ ਦੁਨੀਆ ਵਿੱਚ ਕਈ ਔਰਤਾਂ ਮਜ਼ਲੂਮ ਹੁੰਦੀਆਂ ਹਨ, ਭਾਵੇਂ ਉਹ ਆਪਣੇ ਆਪ ਨੂੰ ਸਾਬਤ ਕਰਨ ਲਈ ਕਈ ਸਾਲ ਕਿਉਂ ਨਾ ਲਗਾ ਦੇਣ। ਉਹਨਾਂ 'ਤੇ ਸ਼ੱਕ ਜ਼ਰੂਰ ਕੀਤਾ ਜਾਂਦਾ ਹੈ। ਹੁਣ ਮੈਂ ਆਪਣੀ ਪਤਨੀ ਤੇ ਮਾਂ ਦੇ ਨਾਲ ਖੁਸ਼ੀ-ਖੁਸ਼ੀ ਰਹਿ ਰਿਹਾ ਹਾਂ। ਮੇਰਾ ਸੌਤੇਲਾ ਬਾਪ ਕਦੇ-ਕਦੇ ਸਾਨੂੰ ਮਿਲਣ ਆ ਜਾਂਦਾ ਹੈ। ਉਹ ਵੀ ਬਹੁਤ ਚੰਗਾ ਇਨਸਾਨ ਹੈ। ਦੋਸਤੋ, ਇਹ ਸੀ ਅੱਜ ਦੀ ਕਹਾਣੀ। ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ, ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।